ਸਤਿਕਾਰਯੋਗ ਗੁਰਮਤਿ ਪ੍ਰੇਮੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਗਿਆਨੀ ਸਰਵਣ ਸਿੰਘ ਯੂਨੀਵਰਸਲ ਸਿੱਖ ਬ੍ਰਦਰਹੁੱਡ ਚੈਨਲ ਰਾਹੀਂ ਆਪ ਜੀ ਨੂੰ ਮੁਖਾਤਬ ਹੈ। ਪਿਛਲੇ ਐਪੀਸੋਡ ਵਿੱਚ ਸਾਹਿਬ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਇਤਿਹਾਸ ਦੀ ਵਿਚਾਰ ਕਰਦਿਆਂ ਹੋਇਆਂ ਆਪਾਂ ਇੱਥੇ ਤੱਕ ਪੁੱਜੇ ਸੀ ਕਿ ਜਿਸ ਵੇਲੇ ਪੰਡਿਤ ਹਰਦਿਆਲ ਜੀ ਨੇ ਜਨੇਊ ਪਹਿਨਾਉਣ ਦੀ ਕੋਸ਼ਿਸ਼ ਕੀਤੀ ਤਾਂ ਬਾਬਾ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਅਸਲੀ ਜਨੇਊ ਦਾ ਸਰੂਪ ਬਿਆਨ ਕੀਤਾ, ਜਿਹੜਾ ਜਨੇਊ ਨਾ ਟੁੱਟੇ, ਨਾ ਮੈਲਾ ਹੋਵੇ, ਨਾ ਸੜ ਸਕੇ ਤੇ ਮੌਤ ਉਪਰੰਤ ਵੀ ਆਤਮਾ ਦਾ ਸਾਥੀ ਬਣ ਕੇ ਨਿਭ ਸਕੇ। ਜਨੇਊ ਦੇ ਸੰਬੰਧ ਵਿੱਚ 4 ਸ਼ਲੋਕ ਸਤਿਗੁਰੂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਉਚਾਰਨ ਕੀਤੇ ਹੋਏ ਆਸਾ ਦੀ ਵਾਰ ਵਿੱਚ ਇੱਕੋ ਜਗ੍ਹਾ ਤਰਤੀਬ ਵਿੱਚ ਅੰਕਿਤ ਨੇ। ਦੂਸਰੇ ਸ਼ਲੋਕ ਦੀ ਵਿਚਾਰ ਆਪਾਂ ਕੀਤੀ ਸੀ। ਅੱਜ ਤੀਜੇ ਸ਼ਲੋਕ ਨਾਲ ਜੁੜਨ ਦਾ ਯਤਨ ਕਰਨਾ ਹੈ। ਤੀਸਰਾ ਸ਼ਲੋਕ ਹੈ ਮਹਲਾ ਪਹਿਲਾ। ਨਾਏ ਮੰਨਿਐ ਪਤ ਊਪਜੈ, ਸਾਹ ਲਾਹੀ ਸੱਚ ਸੂਤ, ਦਰਗਹਿ ਅੰਦਰ ਪਾਈਐ, ਤਗ ਨ ਟੂਟ ਸਪੂਤ। ਨਾਮ ਦੇ ਮੰਨਿਆ ਹੋਇਆਂ ਪਤ ਉਪਜਦੀ ਹੈ, ਪੈਦਾ ਹੁੰਦੀ ਹੈ। ਪਤ ਤੋਂ ਬਗੈਰ ਇਸ ਜ਼ਿੰਦਗੀ ਦੀ ਕੋਈ ਕੀਮਤ ਨਹੀਂ। ਸਤਿਗੁਰੂ ਜੀ ਨੇ ਸਪਸ਼ਟ ਤੌਰ ਤੇ ਫਰਮਾਨ ਕੀਤਾ ਹੈ, ਜੇ ਜੀਵੈ ਪਤ ਲੱਥੀ ਜਾਏ, ਸਭ ਹਰਾਮ ਜੇਤਾ ਕਿਛ ਖਾਏ। ਜੇ ਮਨੁੱਖ ਦੀ ਜ਼ਿੰਦਗੀ ਵਿੱਚ ਪਤ ਨਹੀਂ, ਦਰਗਾਹ ਦੀ ਗੱਲ ਤਾਂ ਇੱਕ ਪਾਸੇ, ਜੇ ਇਸ ਸੰਸਾਰ ਵਿੱਚ ਵੀ ਪਤ ਨਹੀਂ ਤਾਂ ਉਸ ਦਾ ਜਿਉਣਾ ਹਰਾਮ ਹੀ ਹੈ, ਕਿਸੇ ਅਰਥ ਨਹੀਂ। ਸੋ ਪਤ ਜ਼ਿੰਦਗੀ ਦਾ ਨਿਚੋੜ ਹੈ, ਇਸ ਨੂੰ ਉਪਜਾਉਣਾ ਪੈਂਦਾ ਹੈ। ਨਿਚੋੜ ਮੈਂ ਇਸ ਲਈ ਆਖ ਰਿਹਾ ਹਾਂ ਕਿ ਪਤ ਇੱਕਦਮ ਨਹੀਂ ਬਣ ਜਾਂਦੀ। ਪਤ ਬਣਾਉਣ ਲਈ ਜ਼ਿੰਦਗੀ ਦਾ ਲੰਮਾ ਸਮਾਂ ਜਦੋਂ ਜਹਿਦ ਕਰਨੀ ਪੈਂਦੀ ਹੈ, ਬੁਰੇ ਕਰਮਾਂ ਤੋਂ ਬਚਣਾ ਪੈਂਦਾ ਹੈ, ਨੇਕੀ ਦੇ ਰਾਹ ਚੱਲਣਾ ਪੈਂਦਾ ਹੈ, ਫਿਰ ਸਹੀ ਪਤ ਬਣ ਆਉਂਦੀ ਹੈ। ਉਹ ਪਤ ਅਜਿਹੀ ਹੈ ਜੋ ਇਸ ਦੁਨੀਆ ਵਿੱਚ ਵੀ ਮਾਣ ਸਨਮਾਨ ਦਿੰਦੀ ਹੈ, ਦਰਗਾਹ ਅੰਦਰ ਵੀ ਪਤ ਰਹਿ ਆਉਂਦੀ ਹੈ। ਤੇ ਰੇ ਰੇ ਦਰਗਹਿ ਕਹੈ ਨਾ ਕੋਊ, ਆਓ ਬੈਠ ਆਦਰ ਸ਼ੁਭ ਦੇਊ, ਉੱਥੇ ਵੀ ਇਹ ਅਵਸਥਾ ਬਣ ਜਾਂਦੀ ਹੈ। ਰੇ ਰੇ ਕਹਿ ਕੇ ਦੁਰਕਾਰਿਆ ਨਹੀਂ ਜਾਂਦਾ, ਬਲਕਿ ਆਓ ਬੈਠ ਆਦਰ ਸ਼ੁਭ ਦੇਊ, ਉਹ ਮਹਿਲੀ ਪਾਵੈ ਤੂੰ ਬਾਸਾ, ਇਹ ਟਿਕਾਣਾ ਮਿਲ ਜਾਂਦਾ ਹੈ। ਸਤਿਗੁਰੂ ਜੀ ਕਹਿੰਦੇ ਨੇ ਪਰ ਪਤ ਬਣਾਉਣ ਵਾਸਤੇ ਕੁਝ ਕਰਨਾ ਪੈਣਾ ਹੈ। ਜਿਵੇਂ ਕਿਸੇ ਬੀਜ ਨੂੰ ਠੀਕ ਜ਼ਮੀਨ ਵਿੱਚ, ਠੀਕ ਰੁੱਤ ਤੇ, ਸਹੀ ਵਾਤਾਵਰਣ ਵਿੱਚ ਬੀਜਿਆ ਜਾਏ, ਮੌਕੇ ਸਿਰ ਪਾਣੀ ਮਿਲਦਾ ਰਹੇ, ਹੌਲੀ 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 ਉਹ ਬੀਜ ਤੋਂ ਬਾਅਦ ਅੰਕੁਰ ਨਿਕਲਦੇ ਨੇ, ਫਿਰ ਪੌਦਾ ਬਣਦਾ ਹੈ, ਫਿਰ ਫੁੱਲ ਤੇ ਫਲ ਲੱਗਦੇ ਹਨ। ਪਤ ਵੀ ਇਉਂ ਹੀ ਹੈ। ਪਤ ਗਵਾਉਂਦਿਆਂ 1 ਸੈਕਿੰਡ ਨਹੀਂ ਲੱਗਦਾ, ਗਵਾਚ ਜਾਂਦੀ ਹੈ। ਇੱਕ ਬੁਰਾ ਕਰਮ ਕਿਸੇ ਵੇਲੇ ਕਰ ਬੈਠਾ ਬੰਦਾ, ਪਤ ਗਈ। ਪਰ ਪਤ ਬਣਾਉਂਦਿਆਂ ਸਾਰੀ ਜ਼ਿੰਦਗੀ ਲੰਘ ਜਾਂਦੀ ਹੈ। ਇਹ ਖਿਆਲ ਰੱਖਣ ਦੀ ਲੋੜ ਹੈ। ਫਿਰ ਕੇਵਲ ਸੰਸਾਰਕ ਪਤ ਉਹ ਨਹੀਂ ਜਿਹੜੀ ਕੋਈ ਕੁਰਸੀ ਦੀ ਤਾਕਤ ਨਾਲ ਲੋਕਾਂ ਪਾਸੋਂ ਝੂਠੀ ਇੱਜ਼ਤ ਕਰਵਾ ਲਵੇ। ਇਸ ਦਾ ਕੋਈ ਮੁੱਲ ਨਹੀਂ, ਗੁਰਬਾਣੀ ਨੇ ਇਸ ਨੂੰ ਕੋਈ ਆਦਰ ਨਹੀਂ ਦਿੱਤਾ। ਕਿਸੇ ਹੱਥ ਤਾਕਤ ਹੈ, ਜ਼ੋਰ ਹੈ, ਉਹ ਜ਼ੋਰ ਅਜ਼ਮਾਈ ਕਰਕੇ ਕਮਜ਼ੋਰਾਂ ਨੂੰ ਦਬਾ ਕੇ ਉਹਨਾਂ ਪਾਸੋਂ 4 ਦਿਨ ਵਾਹ ਕਰਵਾ ਲਵੇ, ਇਹ ਵੀ ਝੂਠੀ ਇੱਜ਼ਤ ਹੈ, ਝੂਠੀ ਸ਼ੋਹਰਤ ਹੈ। ਇਸ ਦਾ ਵੀ ਕੋਈ ਅਰਥ ਨਹੀਂ। ਪਤ ਉਹ ਹੈ ਜੋ ਦਰਗਾਹ ਵਿੱਚ ਵੀ ਰਹਿ ਆਵੇ, ਤੇ ਉਸ ਦਾ ਫਾਰਮੂਲਾ ਸਤਿਗੁਰੂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਸਾਨੂੰ ਸਮਝਾ ਰਹੇ ਹਨ।
ਕਿ ਉਹ ਬਾਹਰ ਦਾ ਕੋਈ ਚਿੰਨ੍ਹ ਧਾਰਨ ਕੀਤਾ ਹੋਵੇ, ਲੱਖ ਜਨੇਊ ਕੋਈ ਪਹਿਨ ਲਹੇ, ਕਿਉਂਕਿ ਗੱਲ ਜਨੇਊ ਦੀ ਚੱਲ ਰਹੀ ਸੀ। ਸਤਿਗੁਰੂ ਕਹਿੰਦੇ ਨੇ ਇਹ ਨਾਲ ਨਿਭਦਾ ਹੀ ਨਹੀਂ, ਇਸ ਨੇ ਅਗਾਂਹ ਜਾ ਕੇ ਪੱਤ ਕੀ ਰੱਖਣੀ ਹੈ। ਦੁਨੀਆ ਦਾ ਕੋਈ ਚਿੰਨ੍ਹ ਨਾਲ ਨਹੀਂ ਨਿਭਦਾ। ਹਾਂ, ਉਸ ਦੇ ਅਰਥ ਜੀਵਨ ਵਿੱਚ ਅਪਣਾ ਲੈ ਜਾਣ, ਉਹ ਨਾਲ ਨਿਭ ਜਾਂਦੇ ਨੇ। ਪਰ ਸਰੀਰ ਤੇ ਪਹਿਨਿਆ ਹੋਇਆ ਜਨੇਊ ਇੱਕ ਦਿਨ ਟੁੱਟੇਗਾ, ਮੈਲਾ ਹੋਵੇਗਾ। ਸਰੀਰ ਜਲਾਇਆ ਗਿਆ, ਇਹ ਵੀ ਜਲੇਗਾ। ਨਾਲ ਆਤਮਾ ਦੇ ਤਾਂ ਸਰੀਰ ਵੀ ਨਹੀਂ ਜਾਂਦਾ, ਸਰੀਰ ਤੇ ਪਹਿਨਿਆ ਹੋਇਆ ਜਨੇਊ ਕੀ ਜਾਏਗਾ। ਇਸ ਲਈ ਸਤਿਗੁਰੂ ਸਾਨੂੰ ਸਮਝਾਉਂਦੇ ਹਨ ਅਸਲੀ ਪੱਤ ਤੇ ਅਸਲੀ ਜਨੇਊ ਦੀ ਜੁਗਤ। ਨਾਏ ਮੰਨਿਆ ਪੱਤ ਊਪਜੈ। ਨਾਮ ਮੰਨਣਾ ਕੇਵਲ ਜ਼ਬਾਨ ਤੋਂ ਨਾਮ ਕਹਿਣਾ ਹੀ ਨਹੀਂ, ਇਸ ਨਾਲੋਂ ਬੜੀ ਵੱਖਰੀ ਗੱਲ ਹੈ। ਜ਼ਬਾਨ ਤੋਂ ਜਪਣ ਵਾਲਿਆਂ ਦੀ ਕੋਈ ਕਮੀ ਨਹੀਂ, ਬਹੁਤ ਮਿਲ ਜਾਣਗੇ ਤੇ ਹਾਲਤ ਵੀ ਬਹੁਤ ਵਾਰੀ ਇਹ ਮਿਲੇਗੀ, ਹਰ ਹਰ ਕਰਹਿ ਨਿਤ ਕਪਟ ਕਮਾਵਹਿ, ਹਿਰਦਾ ਸੁਧ ਨਾ ਹੋਈ। ਹਰੀ ਹਰੀ ਵੀ ਆਖਦੇ ਹਨ, ਵਾਹਿਗੁਰੂ ਵਾਹਿਗੁਰੂ ਵੀ ਕਹਿੰਦੇ ਨੇ, ਰਾਮ ਰਾਮ ਵੀ ਆਖਦੇ ਨੇ, ਪਰ ਅੰਦਰ ਕਪਟ ਸਮਾਇਆ ਹੋਇਆ ਹੈ। ਰਮਿਆ ਹੋਇਆ ਉਸ ਨੂੰ ਦੇਖਿਆ ਨਹੀਂ, ਜਾਣਿਆ ਨਹੀਂ। ਹਿਰਦੇ ਅੰਦਰ ਮੈਲ ਭਰੀ ਪਈ ਹੈ। ਅਣਦਿਨ ਕਰਮ ਕਰਹਿ ਬਹੁ ਤੇਰੇ, ਸੁਪਨੇ ਸੁਖ ਨਾ ਹੋਈ। ਦਿਨ ਰਾਤ ਹਰ ਰੋਜ਼ ਅਨੇਕ ਕਰਮ ਇਸ ਤਰ੍ਹਾਂ ਦੇ ਕਮਾਉਂਦੇ ਨੇ ਕਿ ਵੇਖਣ ਵਾਲਾ ਆਖੇ ਬੜਾ ਧਰਮੀ ਬੰਦਾ ਹੈ। ਲੇਕਿਨ ਸੁਖੀ ਫਿਰ ਨਹੀਂ। ਇੱਕ ਗੱਲ ਹੋਰ ਬੜੀ ਕਸਵੱਟੀ ਤੇ ਲਾ ਲੈਣ ਵਾਲੀ ਹੈ। ਬਹੁਤ ਵਾਰੀ ਅਸੀਂ ਆਖਦੇ ਹਾਂ ਕਿ ਅਸੀਂ ਪਤਾ ਨਹੀਂ ਰੱਬ ਦਾ ਕੀ ਵਿਗਾੜਿਆ ਹੈ, ਨਾਮ ਵੀ ਜਪਦੇ ਹਾਂ, ਗੁਰਦੁਆਰੇ ਮੰਦਰ ਮਸਜਿਦ ਜਿੱਥੇ ਕਿੱਥੇ ਕਿਸੇ ਦਾ ਅਕੀਦਾ ਹੈ ਜਾਂਦੇ ਹਾਂ, ਪਰ ਦੁਖੀ ਕਿਉਂ ਹਾਂ। ਇੱਕ ਗੱਲ ਪੱਕੀ ਚੇਤੇ ਰੱਖ ਲਓ, ਜੇ ਜ਼ਿੰਦਗੀ ਵਿੱਚ ਦੁੱਖ ਹੈ ਤਾਂ ਅਸੀਂ ਜ਼ਰੂਰ ਉਸ ਦਾ ਕੋਈ ਬੀਜ ਬੀਜਿਆ ਹੈ, ਕੋਈ ਬੀਜ ਬੀਜਿਆ ਗਿਆ ਹੈ। ਨਿਰੰਕਾਰ ਜਿਸ ਨੂੰ ਚੇਤੇ ਹੈ ਉਸ ਨੂੰ ਕੋਈ ਦੁਖੀ ਨਹੀਂ ਕਰ ਸਕਦਾ। ਇਹ ਨਹੀਂ ਕਿ ਬਾਹਰ ਦੇ ਹਾਲਾਤ ਉਸ ਦੇ ਉਲਟ ਨਹੀਂ ਆਉਂਦੇ ਨੇ, ਤਤੀਆਂ ਤਵੀਆਂ ਤੇ ਵੀ ਬਿਠਾਇਆ ਜਾ ਸਕਦਾ, ਪਰ ਸਤਿਗੁਰੂ ਦੇ ਮੁਖਾਰ ਬਿੰਦ ਤੋਂ ਫਿਰ ਵੀ ਇਹੀ ਬਚਨ ਨਿਕਲਦੇ ਨੇ, ਤੇਰਾ ਕੀਆ ਮੀਠਾ ਲੱਗੈ, ਹਰ ਨਾਮ ਪਦਾਰਥ ਨਾਨਕ ਮੰਗੈ। ਕੋਈ ਫਰਕ ਨਹੀਂ ਪੈਂਦਾ ਅੰਦਰਲੀ ਸਥਿਤੀ ਨੂੰ, ਸੁੱਖ ਅੰਦਰ ਹੈ। ਤੇ ਗੁਰਬਾਣੀ ਦੀ ਗਵਾਹੀ ਹੈ, ਗਾਰੰਟੀ ਹੈ, ਜਿਸ ਤੂੰ ਆਵਹਿ ਚਿੱਤ ਤਿਸਨੋ ਸਦਾ ਸੁਖ। ਜਿਸ ਤੂੰ ਆਵਹਿ ਚਿੱਤ ਤਿਸ ਜਮ ਨਾਹਿ ਦੁਖ। ਜਿਸ ਨੂੰ ਨਿਰੰਕਾਰ ਚਿੱਤ ਅੰਦਰ ਵਸਾਉਣ ਦੀ ਜਾਚ ਆ ਗਈ ਹੈ, ਚੇਤੇ ਆ ਗਿਆ ਹੈ। ਚੇਤੇ ਆਉਣ ਦਾ ਮਤਲਬ ਹੈ ਯਾਦ ਵਿੱਚ ਵਸ ਗਿਆ, ਕੇਵਲ ਜ਼ਬਾਨ ਤੱਕ ਸੀਮਿਤ ਨਹੀਂ। ਸ਼ਬਦ ਚੇਤੇ ਕਰਨ ਦਾ ਵੀ ਭਾਵ ਇਹੀ ਹੈ। ਪ੍ਰਭੂ ਦਾ ਨਾਮ ਕੋਈ ਵੀ ਲੈ ਲਓ, ਉਸ ਨੂੰ ਚੇਤੇ ਕਰਨ ਦਾ ਵੀ ਭਾਵ ਇਹੀ ਹੈ ਕਿ ਅੰਦਰ ਵਸ ਗਈ ਉਹ ਭਾਵਨਾ ਜੋ ਉਸ ਸ਼ਬਦ ਵਿੱਚ ਬਿਆਨ ਕੀਤੀ ਗਈ ਹੈ, ਜੋ ਉਸ ਪ੍ਰਭੂ ਦੇ ਨਾਮ ਲਫ਼ਜ਼ ਵਿੱਚ ਹੈ, ਉਸ ਤਰ੍ਹਾਂ ਦਾ ਪ੍ਰਭਾਵ ਜ਼ਿੰਦਗੀ ਵਿੱਚ ਵਸ ਜਾਏ। ਨਹੀਂ ਤੇ ਕੰਠ ਕਰ ਲੈਣਾ ਇੱਕ ਹੋਰ ਗੱਲ ਹੈ। ਕੰਠ ਕਰਨਾ ਬੜਾ ਪਿਆਰਾ ਸ਼ਬਦ ਹੈ। ਅਸੀਂ ਆਖਦੇ ਹਾਂ ਇਸ ਬੰਦੇ ਨੂੰ ਕੰਠ ਹੋ ਗਿਆ ਹੈ, ਮਤਲਬ ਯਾਦ ਹੋ ਗਿਆ। ਨਹੀਂ, ਯਾਦ ਨਹੀਂ ਹੋਇਆ। ਕਿਸੇ ਨੂੰ ਆਖੋ ਝੂਠ ਨਹੀਂ ਬੋਲਣਾ, ਜਾਂ ਮੈਂ ਆਖਾਂ ਮੈਂ ਯਾਦ ਕਰ ਲਿਆ ਹੈ, ਝੂਠ ਬੋਲਣਾ ਬੁਰਾ ਹੈ। ਜ਼ਬਾਨ ਤੋਂ ਦੁਹਰਾ ਸਕਦਾ ਹਾਂ ਬੜੀ ਆਸਾਨੀ ਨਾਲ, ਪਰ ਝੂਠ ਬਾਰ-ਬਾਰ ਬੋਲਾਂ ਤੇ ਮੈਨੂੰ ਚੇਤਾ ਹੀ ਨਾ ਆਵੇ, ਫਿਰ ਤਾਂ ਇਹ ਯਾਦ ਵਿੱਚ ਨਹੀਂ ਵਸਿਆ, ਜ਼ਬਾਨ ਤੇ ਵਸ ਗਿਆ ਹੈ, ਉਸ ਦਾ ਕੋਈ ਅਰਥ ਨਹੀਂ। ਮੁੱਖੋਂ ਹਰ ਹਰ ਸਭ ਕੋ ਕਰੇ, ਇਸ ਦਾ ਕੋਈ ਅਰਥ ਵੀ ਨਹੀਂ। ਵਿਰਲੇ ਹਿਰਦੇ ਵਸਾਇਆ। ਵਿਰਲੇ ਬੰਦੇ ਨੇ ਜਿਹੜੇ ਹਿਰਦੇ ਵਿੱਚ ਵਸਾ ਲੈਂਦੇ ਹਨ। ਜਿਸ ਦੇ ਹਿਰਦੇ ਵਿੱਚ ਵਸ ਗਿਆ ਉਹ ਭਾਵ, ਉਹ ਕਰਮ ਹੀ ਉਹ ਕਮਾਉਂਦਾ ਹੈ, ਬੋਲ ਵੀ ਉਹ ਬੋਲਦਾ ਹੈ, ਉਸ ਦੇ ਮਨ ਦੇ ਫੁਰਨੇ ਵੀ ਉਹ ਹੁੰਦੇ ਨੇ।
ਜਿਨ੍ਹਾਂ ਨਾਲ ਪੱਤ ਬਣਦੀ ਹੈ। ਚੰਗੇ ਨੇ, ਨੇਕੀ ਦੇ ਕਰਮ ਸੋਚਦਾ ਹੈ, ਨੇਕੀ ਦੇ ਕਰਮ ਕਮਾਉਂਦਾ ਹੈ। ਨਾਏ ਮੰਨਿਆ, ਨਾਮ ਨੂੰ ਹਿਰਦੇ ਵਿੱਚ ਜਿਨ੍ਹਾਂ ਨੇ ਮੰਨ ਲਿਆ, ਉਹਨਾਂ ਦੀ ਅਵਸਥਾ ਇਹ ਹੈ ਪੱਤ ਊਪਜੈ। ਜੇ ਉਹ ਜ਼ਬਾਨੋਂ ਤੂੰ ਕਰਦੇ ਨੇ ਤੇ ਤੂੰ ਦਾ ਰੂਪ ਵੀ ਹੋ ਜਾਂਦੇ ਨੇ। ਕਬੀਰ ਸਾਹਿਬ ਕਹਿੰਦੇ ਨੇ ਨਾ, ਕਬੀਰ ਤੂੰ ਕਰਤਾ ਤੂੰ ਹੁਆ, ਮੁਝ ਮਹਿ ਰਹਾ ਨਾ ਹੂੰ, ਜਬ ਆਪਾ ਪਰ ਕਾ ਮਿਟ ਗਿਆ, ਜਤ ਦੇਖੋ ਤਤ ਤੂੰ। ਫਿਰ ਤਾਂ ਹੋਇਆ ਨਾ ਸਵਾਦ ਤੂੰ ਕਹਿਣ ਦਾ। ਹੈ ਕਠਿਨ ਮਾਰਗ, ਆਸਾਨ ਨਹੀਂ, ਅਸੀਂ ਬਾਰ-ਬਾਰ ਭੁੱਲਦੇ ਹਾਂ। ਬਾਬਾ ਫਰੀਦ ਜੀ ਨੇ ਐਵੇਂ ਨਹੀਂ ਆਖਿਆ, ਵਾਟ ਹਮਾਰੀ ਖਰੀ ਉਡੀਣੀ, ਖੰਨਿਓ ਤਿੱਖੀ ਬਹੁਤ ਪੀਣੀ। ਖੰਡੇ ਦੀ ਧਾਰ ਤੋਂ ਵੀ ਤਿੱਖੀ ਹੈ, ਬਹੁਤ ਬਰੀਕ ਹੈ, ਉਸ ਉੱਪਰ ਹੈ ਮਾਰਗ ਮੇਰਾ। ਸ਼ੇਖ ਫਰੀਦਾ ਪੰਥ ਸਮਾਰ ਸਵੇਰਾ। ਜਿਨ੍ਹਾਂ ਨੇ ਚਿੱਤ ਵਿੱਚ ਵਸਾ ਲਿਆ, ਉਹਨਾਂ ਨੇ ਕਠਿਨ ਮਾਰਗ ਚੁਣਿਆ ਹੈ। ਹਰ ਪਲ ਸਾਵਧਾਨ ਹੋ ਕੇ ਕਦਮ ਪੁੱਟਦੇ ਨੇ। ਸਾਰਾ ਰਸਤਾ ਮੀਲਾਂ ਦਾ ਤੈਅ ਕਰ ਲਓ ਸਾਵਧਾਨੀ ਨਾਲ, ਤੇ ਕੋਈ ਦੁਰਘਟਨਾ ਨਾ ਵਰਤੇ। ਲੇਕਿਨ ਥੋੜ੍ਹੀ ਦੇਰ ਬੇਧਿਆਨੀ ਵਰਤ ਲਈ, ਅੱਗੇ ਚਿੱਕੜ ਸੀ ਵਿੱਚ ਡਿੱਗ ਪਏ, ਤਾਂ ਉਹ ਸਾਰੀ ਸਾਵਧਾਨੀ ਜਾਂਦੀ ਲੱਗੀ। ਜ਼ਿੰਦਗੀ ਭਰ ਆਦਮੀ ਪੱਤ ਬਣਾਉਂਦਾ ਰਹਿੰਦਾ ਹੈ ਤੇ ਗਵਾਚਦਿਆਂ ਇੱਕ ਪਲ ਵੀ ਨਹੀਂ ਲੱਗਦਾ। ਇੱਜ਼ਤ ਬਣਾਉਣੀ ਕਮਾਉਣੀ ਬੜੀ ਔਖੀ ਹੈ ਤੇ ਗਵਾਉਣ ਵਾਸਤੇ ਕੋਈ ਮਿਹਨਤਾਂ ਨਹੀਂ ਕਰਨੀਆਂ ਪੈਂਦੀਆਂ। ਇੱਕ ਪਲ ਦੀ ਗਲਤੀ ਜ਼ਿੰਦਗੀ ਨੂੰ ਦਾਗੀ ਕਰਕੇ ਰੱਖ ਜਾਂਦੀ ਹੈ। ਤੋ ਸਤਿਗੁਰੂ ਕਹਿੰਦੇ ਨੇ, ਨਾਮ ਨੂੰ ਮੰਨਣਾ ਸਿੱਖੋ, ਕੇਵਲ ਦੁਹਰਾਉਣਾ ਨਹੀਂ। ਲੱਖ ਮਾਲਾ ਕੋਈ ਕਰ ਲਏ ਪਰ ਅੰਦਰ ਨਾ ਵਸੇ, ਤਾਂ ਉਸ ਦੀ ਮਾਲਾ ਦਾ ਵੀ ਕੀ ਅਰਥ ਹੈ। ਏਕ ਅੱਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ। ਅਵਸਥਾ ਇਹ ਬਣਾਉਣੀ ਹੈ, ਨਾਏ ਮੰਨੇ। ਦੁਹਰਾਉਣ ਦੀ ਚਰਚਾ ਨਹੀਂ ਹਜ਼ੂਰ ਨੇ ਕੀਤੀ, ਕਹਿੰਦੇ ਨੇ ਮੰਨ ਲੈ। ਨਾਏ ਮੰਨਿਆ ਪੱਤ ਊਪਜੈ, ਤੇ ਇਹ ਗਾਰੰਟੀ ਹੈ। ਉਹ ਤਨਵੰਤ ਕੁਲਵੰਤ ਪਾਤੇਵੰਤ, ਜੀਵਨ ਮੁਕਤ ਜਿਸ ਹਿਰਦੈ ਭਗਵੰਤ। ਜਿਸ ਦੇ ਹਿਰਦੇ ਵਿੱਚ ਉਹ ਭਗਵਾਨ ਨਿਰੰਕਾਰ ਵਸ ਗਿਆ ਹੈ, ਉਹ ਧਨਵਾਨ ਵੀ ਹੈ, ਉਹ ਪੱਤ ਵਾਲਾ ਵੀ ਹੈ, ਉਹ ਉਸ ਦੀ ਉੱਚੀ ਕੁਲ ਗਿਣੀ ਜਾਏਗੀ। ਸੋ ਗੁਰੂ ਨਾਨਕ ਸਾਹਿਬ ਜੀ ਨੇ ਸਾਨੂੰ ਇਹ ਜਨੇਊ ਪਹਿਨਣ ਦੀ ਜਾਚ ਸਿਖਾਈ ਹੈ। ਨਾਏ ਮੰਨੇ ਪੱਤ ਊਪਜੈ, ਸਾਲਾਹੀ ਸੱਚ ਸੂਤ। ਤੇ ਉਸ ਨਾਮ ਨੂੰ ਮੰਨ ਕੇ ਫਿਰ ਉਸ ਦੀਆਂ ਸਿਫਤਾਂ ਗਾ। ਜਿੰਨੀਆਂ ਸਿਫਤਾਂ ਗਾਏਗਾ ਓਨਾ ਇਹ ਸੂਤ ਪਕੇਰਾ ਪੱਕਾ ਹੁੰਦਾ ਜਾਵੇਗਾ, ਤੇ ਸੱਚਾ ਅਟਲ ਰਹਿਣ ਵਾਲਾ ਸੂਤ ਹੈ ਇਹ। ਬਾਰੀਕੀਆਂ ਵੀ ਆਉਣਗੀਆਂ ਸੁਰਤ ਵਿੱਚ, ਪਕਿਆਈਆਂ ਵੀ ਆਉਣਗੀਆਂ। ਸਿਫਤ ਸਲਾਹ ਕਰਨ ਦਾ ਇਹੀ ਤਾਂ ਵੱਡਾ ਲਾਭ ਹੈ। ਜੇ ਕੋਈ ਮਨੁੱਖ ਹਿਰਦੇ ਵਿੱਚ ਨਾ ਮੰਨੇ, ਨਾ ਵਸਾਏ, ਬਾਹਰੋਂ ਜ਼ਬਾਨ ਨਾਲ ਲੱਖ ਸਿਫਤ ਲੋਕਾਂ ਨੂੰ ਵੀ ਸੁਣਾਏ ਤੇ ਪ੍ਰੇਰਨਾ ਕਰੇ, ਉਸ ਦਾ ਕੋਈ ਅਰਥ ਨਹੀਂ। ਬੁੱਲੇ ਸ਼ਾਹ ਨੇ 2 ਪੰਕਤੀਆਂ ਲਿਖੀਆਂ ਨੇ। ਉਹ ਆਖਦਾ ਹੈ, ਮੁੱਲਾਂ ਅਤੇ ਮਸ਼ਾਲਚੀ। ਇੱਕ ਪਾਸੇ ਮੁੱਲਾ ਹੈ, ਸਭ ਨੂੰ ਸਬਕ ਦੇ ਰਿਹਾ ਹੈ ਖੁਦਾ ਪ੍ਰਸਤੀ ਦਾ। ਇੱਕ ਹੈ ਮਸ਼ਾਲਚੀ, ਜੋ ਰਾਤ ਦੇ ਹਨੇਰੇ ਵਿੱਚ ਕਾਫਲੇ ਦੇ ਅੱਗੇ ਬਲਦੀ ਹੋਈ ਜਲਦੀ ਹੋਈ ਮਸ਼ਾਲ ਲੈ ਕੇ ਤੁਰਿਆ ਹੈ। ਡੰਡਾ ਮਸ਼ਾਲ ਦਾ ਉਹਦੇ ਹੱਥ ਵਿੱਚ ਹੈ। ਲੇਕਿਨ ਖਿਆਲ ਕਰਕੇ ਦੇਖਣਾ, ਦੂਜਿਆਂ ਨੂੰ ਤਾਂ ਚਾਨਣ ਮਿਲਦਾ ਰਹੇਗਾ, ਮਸ਼ਾਲ ਜਗਦੀ ਹੈ, ਪਰ ਮਸ਼ਾਲਚੀ ਦੇ ਆਪਣੇ ਕਦਮ ਹਨੇਰੇ ਵਿੱਚ ਹੁੰਦੇ ਨੇ। ਮੁੱਲਾਂ ਅਤੇ ਮਸ਼ਾਲਚੀ ਦੋਹਾਂ ਇੱਕੋ ਚਿੱਤ, ਲੋਕਾਂ ਕਰਦੇ ਚਾਨਣਾ ਆਪ ਹਨੇਰੇ ਵਿੱਚ, ਆਪ ਹਨੇਰੇ 'ਚ ਤੁਰ ਰਹੇ ਹਨ। ਸੋ ਇਹ ਜ਼ਰੂਰੀ ਨਹੀਂ ਕਿ ਜੋ ਜ਼ਬਾਨ ਤੋਂ ਉਪਦੇਸ਼ ਦੇ ਰਿਹਾ ਹੈ ਉਸ ਦੇ ਧਿਆਨ ਵਿੱਚ ਵੀ ਉਪਦੇਸ਼ ਵਸ ਗਿਆ ਹੋਵੇ। ਹੋ ਸਕਦਾ ਹੈ ਉਹ ਕੰਠ ਤੱਕ ਹੀ ਸੀਮਿਤ ਹੋਵੇ। ਪਰ ਦੂਜੀ ਗੱਲ ਪੱਕੀ ਹੈ, ਜੇ ਧਿਆਨ ਵਿੱਚ ਵਸ ਜਾਏ ਇੱਕ ਵਾਰੀ, ਫਿਰ ਜ਼ਬਾਨ ਤੇ ਆ ਹੀ ਜਾਂਦਾ ਹੈ। ਫਿਰ ਉਸ ਜ਼ਬਾਨ ਤੋਂ ਨਿਕਲੇ ਹੋਏ ਬਚਨ ਫੋਕੇ ਨਹੀਂ ਹੁੰਦੇ, ਉਹਨਾਂ ਵਿੱਚ ਅੰਮ੍ਰਿਤ ਰਸ ਭਰਿਆ ਹੋਇਆ ਹੁੰਦਾ ਹੈ। ਸਿਫਤ ਸਲਾਹ ਨਿਰੰਕਾਰ ਦੀ
ਮਨੁੱਖ ਕਰਦਾ ਹੋਵੇ, ਧਿਆਨ ਸੰਸਾਰ ਵਿੱਚ ਹੋਵੇ ਤਾਂ 2 ਕੌਡੀ ਮੁੱਲ ਨਹੀਂ। ਗੱਲ ਸੰਸਾਰ ਦੀ ਕਰਦਾ ਹੋਵੇ, ਧਿਆਨ ਨਿਰੰਕਾਰ ਵਿੱਚ ਹੋਵੇ ਤਾਂ ਉਸ ਦੀ ਕੀਮਤ ਬਿਆਨ ਹੀ ਨਹੀਂ ਕੀਤੀ ਜਾ ਸਕਦੀ। ਵਪਾਰ ਦੀ ਗੱਲ ਕਰ ਰਿਹਾ ਹੈ, ਸੌਦਾ ਕਰ ਰਿਹਾ ਹੈ ਗ੍ਰਾਹਕ ਨਾਲ, ਪਰ ਰੱਬ ਚੇਤੇ ਹੈ, ਬੇਈਮਾਨੀ ਕਿਵੇਂ ਕਰੇਗਾ? ਕਦੀ ਨਹੀਂ। ਸੋ ਰੱਬ ਦਾ ਚੇਤੇ ਹੋਣਾ ਜ਼ਿਆਦਾ ਜ਼ਰੂਰੀ ਹੈ। ਉਸ ਦੀ ਸਿਫਤ ਸਲਾਹ ਤਾਂ ਬਣ ਆਉਂਦੀ ਹੈ, ਨਾ ਇਹ ਮੰਨਿਆ। ਮੰਨਣ ਦਾ ਸੰਬੰਧ ਮਨ ਨਾਲ ਹੁੰਦਾ ਹੈ। ਮਨ ਮੰਨ ਜਾਏ ਤੇ ਫਿਰ ਸਰੀਰ ਦੀਆਂ ਹਰਕਤਾਂ ਵੀ ਬਦਲ ਜਾਂਦੀਆਂ ਹਨ। ਸਰੀਰ ਦੀਆਂ ਹਰਕਤਾਂ ਬਾਹਰੋਂ ਬਦਲੋ ਤਾਂ ਜ਼ਰੂਰੀ ਨਹੀਂ ਮਨ ਵੀ ਮੰਨ ਜਾਵੇਗਾ। ਇਹ ਬੜਾ ਫਰਕ ਹੈ। ਸਾਡੀ ਕਮਜ਼ੋਰੀ ਇਹ ਹੈ ਕਿ ਸੰਤ ਕਰਮ ਕਰਦਾ ਹੈ, ਉਹਦਾ ਮਨ ਮੰਨ ਗਿਆ ਹੈ ਤੇ ਉਸ ਨੂੰ ਦੇਖ ਕੇ ਪਾਖੰਡੀ ਵੀ ਬਾਹਰੋਂ ਕਰਮ ਉਹੀ ਕਰਨ ਲੱਗ ਪੈਂਦਾ ਹੈ। ਜਾਪਦਾ ਹੈ ਇਹ ਵੀ ਸੰਤ ਹੈ, ਲੇਕਿਨ ਅੰਤਰ ਬਹੁਤ ਹੈ। ਇੱਕ ਦੂਜੇ ਦੇ ਉਲਟ ਨੇ ਬਿਲਕੁਲ। ਮਨ ਦੇ ਮੰਨ ਜਾਣ ਦੀ ਮਹੱਤਤਾ ਹੈ। ਨਾ ਇਹ ਮੰਨਿਆ ਪਤ ਉਪਜੈ, ਫਿਰ ਹੈ ਪਤ, ਜਿਹੜੀ ਇਸ ਲੋਕ ਵਿੱਚ ਵੀ ਪਰਲੋਕ ਵਿੱਚ ਵੀ ਰਹਿ ਆਉਂਦੀ ਹੈ। ਰੇ ਰੇ ਦਰਗਹਿ ਕਹੈ ਨ ਕੋਊ, ਆਓ ਬੈਠ ਆਦਰ ਸ਼ੁਭ ਦੇਊ। ਦਰਗਾਹ ਅੰਦਰ ਵੀ ਅਰੇ ਅਰੇ ਕਹਿ ਕੇ, ਰੇ ਰੇ ਕਹਿ ਕੇ ਦੁਰਕਾਰਿਆ ਨਹੀਂ ਜਾਂਦਾ। ਸਨਮਾਨ ਮਿਲਦਾ ਹੈ, ਆਓ ਬੈਠ ਆਦਰ ਸ਼ੁਭ ਦੇਊ। ਪਰ ਇਹ ਬਣਨੀ ਗੱਲ ਤਾਂ ਹੈ ਨਾ ਇਹ ਮੰਨਿਆ। ਹਜ਼ੂਰ ਕਹਿੰਦੇ ਨੇ ਫਿਰ ਨਤੀਜਾ ਇਹ ਨਿਕਲਦਾ ਹੈ ਪਤ ਉਪਜੈ। ਹੌਲੀ ਹੌਲੀ ਜਿਵੇਂ ਕੋਈ ਬੀਜ ਤੋਂ ਬਾਅਦ ਅੰਕੁਰ ਨਿਕਲਦੇ ਨੇ, ਪੌਦਾ ਵੱਡਾ ਹੁੰਦਾ ਹੈ, ਫੁੱਲ ਲੱਗਦੇ ਨੇ, ਫਲ ਲੱਗਦੇ ਨੇ, ਇਉਂ ਹੀ ਪਤ ਹੌਲੀ ਹੌਲੀ ਵੱਧਦੀ ਹੈ। ਸਾਲਾਹੀ ਸੱਚ ਸੂਤ, ਪਰਮਾਤਮਾ ਦੀ ਸਿਫਤ ਸਲਾਹ ਦਾ ਸੂਤ ਕੱਤਣਾ ਹੈ। ਤੇ ਸੂਤ ਕੱਤਣ ਵੇਲੇ ਵੀ ਕੱਤਣ ਵਾਲੀਆਂ ਬੀਬੀਆਂ ਜਾਣਦੀਆਂ ਨੇ ਕਿੰਨਾ ਧਿਆਨ ਰੱਖਣਾ ਪੈਂਦਾ ਹੈ। ਤਕਲਾ ਸਿੱਧਾ ਹੋਵੇ, ਸੂਤ ਮੋਟਾ ਪਤਲਾ ਨਾ ਹੋ ਜਾਏ, ਇੱਕ ਰਸ ਰਹੇ। ਇਹ ਸੁਰਤੀ ਦੀਆਂ ਬਾਰੀਕੀਆਂ ਵੀ ਇਉਂ ਹੀ ਨੇ। ਸਿਫਤ ਸਲਾਹ ਜ਼ਬਾਨ ਤੱਕ ਹੀ ਨਹੀਂ, ਧਿਆਨ ਤੱਕ ਪਹੁੰਚ ਜਾਏ। ਇਹ ਹੈ ਅਸਲੀ ਸੂਤਰ ਜਨੇਊ ਵਾਲਾ। ਦਰਗਹਿ ਅੰਦਰ ਪਾਈਐ ਤਗ ਨ ਟੂਟ ਸਪੂਤ। ਇਹ ਪਵਿੱਤਰ ਤਗ ਹੈ, ਜਨੇਊ ਹੈ, ਜਿਹੜਾ ਦਰਗਾਹ ਦੇ ਅੰਦਰ ਵੀ ਪਹਿਨਿਆ ਹੋਇਆ ਨਾਲ ਨਿਭ ਜਾਂਦਾ ਹੈ। ਇਹ ਕਦੀ ਅਲੱਗ ਹੁੰਦਾ ਹੀ ਨਹੀਂ, ਹਰ ਵੇਲੇ ਦਾ ਸਾਥੀ ਹੈ। ਜਿਸ ਨੇ ਜ਼ਿੰਦਗੀ ਵਿੱਚ ਇਹ ਜਨੇਊ ਪਹਿਨ ਲਿਆ, ਸਰੀਰ ਤਾਂ ਇੱਥੇ ਰਹਿ ਜਾਏਗਾ, ਕੋਈ ਸ਼ੱਕ ਨਹੀਂ। ਘਰ-ਬਾਰ, ਮਹਿਲ ਮਾੜੀਆਂ, ਧੀਆਂ ਪੁੱਤਰ, ਭੈਣ ਭਾਈ, ਪਤੀ ਪਤਨੀ, ਪਰਿਵਾਰ, ਰਿਸ਼ਤੇਦਾਰ ਸਭ ਇੱਥੇ ਰਹਿ ਜਾਣਗੇ, ਪਰ ਇਹ ਜਨੇਊ ਨਾਲ ਨਿਭਣ ਵਾਲਾ ਹੈ। ਸਤਿਗੁਰੂ ਕਹਿੰਦੇ ਨੇ ਇਹ ਪਵਿੱਤਰ ਜਨੇਊ ਹੈ ਜੋ ਕਦੀ ਮੈਲਾ ਨਹੀਂ ਹੁੰਦਾ। ਜਿਸ ਮਨੁੱਖ ਨੂੰ ਨਿਰੰਕਾਰ ਦਾ ਚੇਤਾ ਬਣ ਗਿਆ ਹੈ, ਉਸ ਦੀ ਜ਼ਿੰਦਗੀ ਵਿੱਚ ਮੈਲ ਆਉਣ ਦਾ ਕੋਈ ਸਵਾਲ ਹੀ ਨਹੀਂ। ਕਬੀਰ ਸਾਹਿਬ ਜਾਣ ਕੱਪੜਾ ਉਣ ਕੇ ਬਣਾ ਕੇ ਵੇਚਣ ਵਾਸਤੇ ਤਾਂ ਉਹ ਬਾਜ਼ਾਰ ਵਿੱਚ ਖੜੋ ਕੇ ਵੀ ਇਉਂ ਆਖਦੇ ਨੇ, ਆਓ ਰਾਮ ਤੁਹਾਡੇ ਲਈ ਬਣਾਇਆ ਹੈ, ਤੁਹਾਡੇ ਲਈ ਬਣਾਇਆ ਹੈ। ਕਹਿੰਦੇ ਨੇ ਇੱਕ ਦਿਨ ਕੁਝ ਸਾਥੀ ਜੁਲਾਹਿਆਂ ਨੇ ਆਖਿਆ, ਕਬੀਰ ਇੱਕ ਪਾਸੇ ਭਗਤੀ ਕਰਦਾ ਤੇ ਭਗਤੀ ਦਾ ਪ੍ਰਚਾਰ ਕਰਦਾ ਹੈ, ਦੂਜੇ ਪਾਸੇ ਹਰ ਗਾਹਕ ਨੂੰ ਖੁਸ਼ਾਮਦ ਕਰੀ ਜਾਂਦਾ ਹੈ ਕਿ ਹੇ ਰਾਮ ਤੇਰੇ ਲਈ ਬਣਾਇਆ। ਕਬੀਰ ਸਾਹਿਬ ਹੱਸ ਕੇ ਆਖਣ ਲੱਗੇ, ਨਹੀਂ, ਇਹ ਖੁਸ਼ਾਮਦ ਨਹੀਂ। ਜ਼ਿੰਦਗੀ ਨੂੰ ਸਮਝੋ। ਹੋ ਸਕਦਾ ਹੈ ਕੋਈ ਭਗਵਾਨ ਦਾ ਮੰਦਿਰ ਵੀ ਬਣਾਵੇ, ਪਰ ਉਹ ਭਗਵਾਨ ਵਾਸਤੇ ਨਾ ਹੋਵੇ, ਆਪਣੀ ਦੁਕਾਨਦਾਰੀ ਵਾਸਤੇ ਹੋਵੇ। ਤੇ ਇਸ ਦੇ ਉਲਟ ਵੀ ਹੋ ਸਕਦਾ ਹੈ ਕੋਈ ਕਬੀਰ ਸਾਹਿਬ ਵਰਗਾ ਵਿਅਕਤੀ ਸੌਦਾ ਵੇਚ ਰਿਹਾ ਹੋਵੇ ਤੇ ਗ੍ਰਾਹਕ ਵਿੱਚ ਵੀ ਭਗਵਾਨ ਨੂੰ ਦੇਖ ਲਵੇ। ਉਸ ਦਾ ਘਰ ਵੀ ਮੰਦਿਰ ਹੈ ਤੇ ਦੁਕਾਨ ਦੇ ਰੂਪ ਵਿੱਚ ਸਮਝਣ ਵਾਲੇ ਲਈ ਬਣਾਇਆ ਗਿਆ ਮੰਦਿਰ ਵੀ ਦੁਕਾਨ ਤੋਂ ਵੱਧ ਨਹੀਂ। ਬਹੁਤ ਫਰਕ ਹੈ ਸਾਡੀ ਬਿਰਤੀ ਦਾ। ਕਬੀਰ ਸਾਹਿਬ ਆਖਣ ਲੱਗੇ ਇਹ ਖੁਸ਼ਾਮਦ ਨਹੀਂ। ਮੈਂ ਜਦ ਤਾਣਾ ਵੀ ਤਣਦਾ ਹਾਂ, ਮੈਂ ਜਿਸ ਵੇਲੇ ਖੱਡੀ ਤੇ ਵੀ ਬੈਠਦਾ ਹਾਂ,
ਤਾਂ ਮੈਨੂੰ ਇੱਕ ਖਿਆਲ ਹੁੰਦਾ ਹੈ, ਕਿਸੇ ਰੂਪ ਵਿੱਚ ਪੈਨੇ, ਰੂਪ ਅਲੱਗ-ਅਲੱਗ ਹੋ ਸਕਦੇ ਨੇ, ਸਭ ਤੇਰੇ ਰੂਪ ਨੇ। ਕਿਸੇ ਰੂਪ ਵਿੱਚ ਤੂੰ ਖਰੀਦੇ, ਕਿਸੇ ਰੂਪ ਵਿੱਚ ਪਹਿਨੇ, ਖਰੀਦਣ ਵਾਲਾ ਪਹਿਨਣ ਵਾਲਾ ਵੀ ਤੂੰ ਹੀ ਹੈ। ਇਹ ਬਣਾ ਰਿਹਾ ਹੈ, ਇਹ ਵੀ ਤੂੰ ਹੀ ਹੈ। ਨਹੀਂ ਤੇ ਸਰੀਰ ਦੀ ਕੀ ਔਕਾਤ ਹੈ, ਖੱਡੀ ਚਲਾ ਲੈ। ਇਹ ਖੁਸ਼ਾਮਦ ਨਹੀਂ, ਮੈਂ ਹਰ ਗ੍ਰਾਹਕ ਵਿੱਚ ਰਮੇ ਹੋਏ ਰਾਮ ਨੂੰ ਦੇਖਦਾ ਹਾਂ। ਕਬੀਰ ਦਾ ਰਾਮ ਕੋਈ ਦਸ਼ਰਥ ਦਾ ਪੁੱਤਰ ਨਹੀਂ, ਉਹ ਤਾਂ ਇੱਕ ਸਮਰਾਟ ਸੀ। ਕਬੀਰ ਦਾ ਰਾਮ ਰਮਿਆ ਹੋਇਆ ਹੈ, ਜੋ ਪੂਰੀ ਖਲਕਤ ਦਾ ਖਾਲਕ ਹੈ। ਬਾਬਾ ਫਰੀਦ ਜੀ ਦੇ ਸਲੋਕਾਂ ਵਿੱਚ ਇੱਕ ਸਲੋਕ ਪੰਚਮ ਪਾਤਸ਼ਾਹ ਦੇ ਨਾਮ ਹੇਠ ਵੀ ਆਉਂਦਾ ਹੈ, ਮਹਲਾ ਪੰਜਵਾਂ। ਫਰੀਦਾ ਖਾਲਕ ਖਲਕ ਮਹਿ, ਖਲਕ ਵਸੈ ਰੱਬ ਮਾਹੇ। ਮੰਦਾ ਕਿਸਨੋਂ ਆਖੀਐ, ਜਾਂ ਤਿਸ ਬਿਨ ਕੋਈ ਨਾ ਹੈ। ਜੇ ਬੂੰਦ ਸਾਗਰ ਵਿੱਚ ਮਿਲ ਜਾਏ, ਅਸੀਂ ਆਖਦੇ ਹਾਂ ਬੂੰਦ ਸਾਗਰ ਵਿੱਚ ਮਿਲ ਗਈ। ਦੂਜੀ ਘਟਨਾ ਵੀ ਵਰਤਦੀ ਹੈ, ਸਾਗਰ ਵੀ ਬੂੰਦ ਵਿੱਚ ਮਿਲ ਜਾਂਦਾ ਹੈ, ਇੱਕ ਹੋ ਗਏ। ਖਲਕਤ ਵਿੱਚ ਖਾਲਕ ਵਸਦਾ ਹੈ ਤੇ ਇਹ ਖਲਕਤ ਖਾਲਕ ਵਿੱਚ ਵਸ ਰਹੀ ਹੈ। ਰਾਮ ਕਬੀਰਾ ਏਕ ਪਏ ਹੈ, ਕੋਈ ਨਾ ਸਕੈ ਪਛਾਨੀ। ਇਹ ਅਵਸਥਾ ਬਣ ਜਾਂਦੀ ਹੈ ਜੇ ਚਿੱਤ ਵਿੱਚ ਚੇਤੇ ਰਹੇ, ਨਾ ਪਾਇਆ ਹੋਵੇ ਬਾਹਰ ਜਨੇਊ ਜਾਂ ਧਰਮ ਦਾ ਕੋਈ ਵੀ ਹੋਰ ਚਿੰਨ੍ਹ। ਅੰਦਰ ਭਗਵਾਨ ਵਸ ਗਿਆ ਹੋਵੇ ਸੁਰਤੀ ਵਿੱਚ, ਤਾਂ ਜਨੇਊ ਪ੍ਰਵਾਨ ਹੋ ਗਿਆ। ਦਰਗਹ ਅੰਦਰ ਪਾਈਐ, ਇਹ ਦਰਗਾਹ ਵਿੱਚ ਵੀ ਪਹਿਨਿਆ ਹੋਇਆ ਨਾਲ ਜਾਂਦਾ ਹੈ। ਤਗ ਨਾ ਟੂਟ ਸਪੂਤ, ਪੂਤ ਮੈਨੇ ਪਵਿੱਤਰ ਹੈ। ਇਹ ਪਵਿੱਤਰ ਜਨੇਊ ਹੈ ਜੋ ਕਦੀ ਮੈਲਾ ਨਹੀਂ ਹੁੰਦਾ। ਨਿਰੰਕਾਰ ਕਿਰਪਾ ਕਰੇ ਇਹ ਜਨੇਊ ਅਸੀਂ ਵੀ ਪਹਿਨ ਸਕੀਏ। ਹੈ ਰਸਤਾ ਕਠਨ, ਜਿਵੇਂ ਬਾਬਾ ਫਰੀਦ ਜੀ ਨੇ ਕਿਹਾ ਹੈ। ਫਰੀਦਾ ਦਰਵੇਸ਼ੀ ਗਾਖੜੀ, ਚੋਪੜੀ ਪ੍ਰੀਤ, ਇਕਨ ਕਿਨੈ ਚਾਲੀਐ ਦਰਵੇਸ਼ਾਂ ਦੀ ਰੀਤ। ਦਰਵੇਸ਼ਾਂ ਦੀ ਰੀਤੀ ਤੇ ਟਾਵੇਂ ਟਾਵੇਂ ਪੁਰਸ਼ ਚੱਲਦੇ ਨੇ, ਪਰ ਜਿਹੜਾ ਚੱਲ ਪਏ ਉਹਨਾਂ ਟਾਵਿਆਂ ਵਿੱਚ ਰਲਣ ਦਾ ਯਤਨ ਤਾਂ ਕਰੀਏ। ਇਹਨਾਂ ਸਾਰੀਆਂ ਵਿਚਾਰਾਂ ਦਾ ਅਰਥ ਇੱਕੋ ਹੀ ਹੈ ਕਿ ਅਸੀਂ ਵੀ ਨਾਮ ਨੂੰ ਮੰਨ ਲਈਏ, ਉਹਨਾਂ ਗੁਣਾਂ ਨੂੰ ਹਿਰਦੇ ਵਿੱਚ ਧਾਰਨ ਕਰੀਏ ਤੇ ਆਪਣੀ ਜ਼ਿੰਦਗੀ ਪੱਤ ਵਾਲੀ ਬਣਾਉਣ ਲਈ ਕੋਸ਼ਿਸ਼ ਕਰੀਏ। ਫਿਰ ਨਿਰੰਕਾਰ ਦੀ ਰਹਿਮਤ ਦੂਰ ਨਹੀਂ, ਉਹ ਸਦਾ ਪਾਸ ਹੈ। ਜੇ ਕਮੀ ਹੈ ਤਾਂ ਸਾਡੇ ਪੁਕਾਰਨ ਵਿੱਚ ਹੈ। ਨਿਰੰਕਾਰ ਹਰ ਵੇਲੇ ਸੰਗੀ ਸਾਥੀ ਹੈ। ਬਾਬਾ ਫਰੀਦ ਜੀ ਦੇ ਬਚਨਾਂ ਵਿੱਚ ਹੀ ਬਚਨ ਆਇਆ ਹੈ, ਜੇ ਤੈਂ ਰੱਬ ਵਿਸਾਰਿਆ, ਤੂੰ ਰੱਬ ਨੂੰ ਵਿਸਾਰ ਦਿੱਤਾ ਹੋਵੇ ਤਾਂ ਰੱਬ ਨੇ ਤੈਨੂੰ ਨਹੀਂ ਵਿਸਾਰ ਦਿੱਤਾ। ਤਾਂ ਰੱਬ ਨਾ ਵਿਸਰਿਓ ਹੈ, ਰੱਬ ਨੇ ਤੈਨੂੰ ਨਹੀਂ ਵਿਸਾਰ ਦਿੱਤਾ। ਉਹ ਆਖਦੇ ਨੇ ਅੰਮ੍ਰਿਤ ਵੇਲੇ ਜਾਗਿਆ ਕਰ, ਪਿਛਲ ਰਾਤ ਨਾ ਜਾਗਿਓ, ਜੀਮਦੜੋ ਮੋਇਓ ਹੈ। ਫਰੀਦਾ ਜੇ ਤੈਂ ਰੱਬ ਵਿਸਾਰਿਆ ਤਾਂ ਰੱਬ ਨਾ ਵਿਸਾਰਿਓ ਹੈ। ਰੱਬ ਨੇ ਤੈਨੂੰ ਨਹੀਂ ਵਿਸਾਰਿਆ। ਕੀ ਨਿਸ਼ਾਨੀ ਹੈ ਕਿ ਰੱਬ ਨੇ ਨਹੀਂ ਵਿਸਾਰਿਆ? ਇਹ ਜ਼ਿੰਦਗੀ ਕੋਈ ਹੋਰ ਤਾਂ ਨਹੀਂ ਦੇ ਰਿਹਾ। ਜੇ ਉਹ ਸਾਨੂੰ ਵਿਸਾਰ ਦੇਵੇ, ਇੱਕ ਸਾਹ ਵੀ ਨਾ ਲੈ ਸਕੀਏ। ਜਿਹੜਾ ਕਦੀ ਨਹੀਂ ਵਿਸਾਰਦਾ, ਅਸੀਂ ਉਸ ਨੂੰ ਭੁਲਾਈ ਬੈਠੇ ਹਾਂ। ਅਰਦਾਸ ਕਰੀਏ ਸਤਿਗੁਰੂ ਦੇ ਬਚਨ ਸਾਡੇ ਹਿਰਦੇ ਵਿੱਚ ਵਸਣ, ਪਰਮਾਤਮਾ ਦੀ ਮਿਹਰ ਸਾਡੇ ਤੇ ਬਰਸੇ ਤੇ ਨਾਏ ਮੰਨੇ ਪਤ ਉਪਜੈ ਸਾਲਾਹੀ ਸੱਚ ਸੂਤ। ਦਰਗਹ ਅੰਦਰ ਪਾਈਐ ਤਗ ਨਾ ਟੂਟ ਸਪੂਤ। ਇਹ ਸਾਨੂੰ ਵੀ ਤਗ ਨਸੀਬ ਹੋ ਸਕੇ। ਭੁੱਲਾਂ ਨੇਕਾਂ ਹੋਈਆਂ ਹੋਣਗੀਆਂ, ਖਿਮਾ ਕਰ ਦੇਣੀਆਂ। ਇੱਥੇ ਹੀ ਖਿਮਾ ਦਾ ਜਾਚਕ ਹਾਂ ਤੇ ਅਖੀਰ ਵਿੱਚ ਇਹ ਬੇਨਤੀ ਜ਼ਰੂਰ ਕਰਨੀ ਚਾਹੁੰਦਾ ਹਾਂ ਕਿ ਯੂਨੀਵਰਸਲ ਸਿੱਖ ਬ੍ਰਦਰਹੁੱਡ ਚੈਨਲ ਆਪ ਜੀ ਤੱਕ ਗੁਰੂ ਕੀਆਂ ਸਾਖੀਆਂ, ਗੁਰੂ ਕੀ ਮੱਤ ਪਹੁੰਚਾਉਣ ਵਾਸਤੇ ਪ੍ਰਾਰੰਭ ਕੀਤਾ ਗਿਆ ਹੈ। ਜਿੰਨੇ ਦਰਸ਼ਕ ਇਹ ਵੀਡੀਓ ਦੇਖਦੇ ਹੋ, ਗੁਰੂ ਕੀਆਂ ਸਾਖੀਆਂ ਲਾਈਕ ਕਰਨਾ ਭੁੱਲਣਾ ਨਹੀਂ। ਦੂਸਰੀ ਗੱਲ, ਜਿੱਥੇ ਆਪ ਸੁਣਨਾ ਹੈ
ਉੱਥੇ ਦੂਜਿਆਂ ਨਾਲ ਸ਼ੇਅਰ ਜ਼ਰੂਰ ਕਰੋ। ਜਿੰਨਾ ਸਰਕਲ ਹੈ ਇਹ ਪ੍ਰਚਾਰ ਕਰਨ ਦਾ ਤਰੀਕਾ ਹੈ। ਹੋਰ ਵੀ ਸੁਣਨਗੇ, ਲਾਹਾ ਲੈਣਗੇ। ਚੈਨਲ ਸਬਸਕ੍ਰਾਈਬ ਜ਼ਰੂਰ ਕਰੋ। ਇਸ ਨਾਲ ਸਾਨੂੰ ਵੀ ਪਤਾ ਲੱਗਦਾ ਹੈ ਕਿ ਸਰੋਤਿਆਂ ਅੰਦਰ ਉਤਸ਼ਾਹ ਹੈ ਅਤੇ ਜੋ ਵੀ ਅਸੀਂ ਵੀਡੀਓ ਅਪਲੋਡ ਕਰਾਂਗੇ ਉਹ ਤੁਹਾਡੇ ਤੱਕ ਪਹੁੰਚਦੀ ਰਹੇਗੀ। ਸੋ ਇਹਨਾਂ ਬੇਨਤੀਆਂ ਦੇ ਨਾਲ ਹੀ ਦਾਸ ਖਿਮਾ ਚਾਹੁੰਦਾ ਹੈ। ਪਿਆਰ ਸਹਿਤ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।